सो ये बड़ा जरूरी है कि 14 ਤੇ 15 ਤਰੀਕ ਅਗਸਤ ਦੀ ਨੂੰ ਆਪਾਂ ਸਾਰਿਆਂ ਨੇ ਆਪਣੇ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਚਲਾਉਣੇ ਨੇ ਔਰ ਇਹਨਾਂ ਨੂੰ ਸਲੂਟ ਦੇਣਾ। ਝੂਲਤੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ। ਸਾਡੇ ਝੰਡੇ ਵੀ जुग जुग टल ने ते हमेशा उन्होंने लहराना चाहिए। वाहिगुरू जी का खालसा वाहिगुरू जी की फतेह। अज 6 तरीक अगस्त की है ते तुहाडा दास पंथ दा सिमरनजीत सिंह मान तुहाडे नाल सीधी गलबात दिल्ली तो कर रहा है। बेनती है पंथ नूं कि 14 ਤੇ 15 ਇਸ ਮਹੀਨੇ ਦੀ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਨਿਸ਼ਾਨ ਸਾਹਿਬ ਚੜਾਉਣੇ ਹੈ। ਕਿਉਂ ਕਰਕੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਆਪਾਂ ਕਹਿੰਦੇ ਹਾਂ ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ। ਇਹਦਾ ਮਤਲਬ ਹੈ कि सिख कौम ने जो अरदास सोधी सी उस वेले झंडा महाराज दा उत्थे पूरी तरह सिखा ने अरदास दे विच पाया सीगा। ते जिहड़े साडे विच अज है नहीं गे सरदार दीप सिंह सिद्धू वारिस पंजाब दे ये कहा करते सीगे झूलते रहन निशान पंथ महाराज दे। इसका मतलब है कि जे सिखा नूं एक हुक्म है कि असी आज़ाद हैं, अलहदा कौम है, अलहदा मजहब है, तो फिर साडे झंडे भी जुग जुग टल ने ते हमेशा उन्होंने लहराना चाहिए जिथे भी है। 1984 के विच जो ब्लू स्टार होया तुहानूं कई बारी मैं दस्सिया कि संत जरनैल सिंह भिंडरां वाले दुश्मन दीयां फौजां दे नाल लड़दे जिथे 2 निशान साहब दरबार साहब ते अकाल तख्त साहब के विचाले हैगे है उत्थे आके वो लड़े है। उन्हां दी छाती दे विच 74 गोलियां वजियां सी ते ओह झंडियां दे कोड़े ही नाल लग के उन्होंने शहादत पाई है। सो जदों भी सिखां दीयां फौजां चढ़ाई करदियां जदों हुण 2020 दे विच चीन दवा 60 लद्दाख दे विच घुसपैठ कर रही सी, फिर हिंदुत्व सरकार ने समझिया कि सिख फौजां उत्थे पहुंचनियां चाहिए। ते तुहानूं शायद पता होगा सिख रस्म दा कि जदों भी सिख बटालियन मार्च करते हैं सब तो अगे एक जिहड़ा साडा जवान हुंदा ਉਹਦੇ हत्थ दे विच निशान साहब हुंदे है। उस तो मगरों एक सिंह ने अपने सिर के उत्ते गुरु ग्रंथ साहब विराजमान किए हुंदे है। उस तो पिछों फिर अपनी फौज अगे वधदी है। तो ये सिख कौम की हमेशा रस्म रही है कि साडे निशान साहब ये हमेशा झूलते रहन। किन्ने गुरुद्वारे सारी दुनिया दे विच बने उत्थे भी देखोगे तुसी कि निशान साहब सिख दा झूल रहा है। बेशक कई सरकारां कहंदियां कि एक मुल्क दे विच सिर्फ एक झंडा होना चाहिए। सो ये बड़ा जरूरी है कि 14 ते 15 तरीक अगस्त दी नूं आपां सारिआं ने अपने निशान साहब
ਆਪਣੇ ਘਰਾਂ ਦੇ ਉੱਤੇ ਚਲਾਉਣੇ ਨੇ ਔਰ ਇਹਨਾਂ ਨੂੰ ਸਲੂਟ ਦੇਣਾ। ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਹੈ ਕਿ 10 ਤਰੀਕ ਨੂੰ ਜਿਹੜੇ ਸਾਡੇ ਬੰਦੀ ਸਿੰਘ 25-25 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਹੈ ਇਸ BJP RSS ਹਕੂਮਤ ਨੇ, ਉਹਨਾਂ ਦੇ ਲਈ ਇੱਕ ਅਸੀਂ ਵੱਡਾ ਪ੍ਰਦਰਸ਼ਨ ਜੰਤਰ ਮੰਤਰ ਦਿੱਲੀ ਦੇ ਵਿੱਚ 10 ਤਰੀਕ ਅਗਸਤ ਦੀ ਨੂੰ ਕਰਨਾ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਦਬਾ ਕੇ ਪਹੁੰਚਣਾ। ਦਿੱਲੀ ਦੇ ਸਿੱਖ ਵੀ ਆਉਣ, ਸਾਰੇ ਜਿੱਥੋਂ ਆ ਸਕਦੇ ਹੈ ਉਹ ਆਪਣੇ ਜਥੇ ਇੱਕ ਦਿਨ ਪਹਿਲਾਂ 9 ਤਰੀਕ ਨੂੰ ਲੈ ਆਉਣ ਤੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਤੁਹਾਡਾ ਠਿਕਾਣਾ ਹੋਊਗਾ ਤੇ ਅਗਲੇ ਦਿਨ ਅਸੀਂ ਜੰਤਰ ਮੰਤਰ ਦੇ ਉੱਤੇ ਆਪਣਾ ਰੋਸ ਪ੍ਰਗਟ ਕਰਾਂਗੇ। ਫਿਰ ਮੈਂ ਕਹਿਣਾ ਚਾਹੁੰਦਾ ਕਿ ਨਿਸ਼ਾਨ ਸਾਹਿਬ ਇੰਨਾ ਸਾਡੇ ਲਈ ਮਹੱਤਤਾ ਰੱਖਦਾ ਹੈ ਕਿ ਬਾਬਾ ਬਘੇਲ ਸਿੰਘ ਨੇ 1783 ਦੇ ਵਿੱਚ ਪਹਿਲੀ ਵਾਰੀ ਜਦੋਂ ਦਿੱਲੀ ਫਤਿਹ ਕੀਤੀ ਹੈ ਉਦੋਂ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਤਾ ਸੀਗਾ। ਉਸ ਤੋਂ ਬਾਅਦ 2021 ਦੇ ਵਿੱਚ 26 ਜਨਵਰੀ ਨੂੰ ਸਾਡੇ ਸਰਦਾਰ ਦੀਪ ਸਿੰਘ ਸਿੱਧੂ ਨੇ, ਸਰਦਾਰ ਜਸਕਰਨ ਸਿੰਘ ਨੇ ਤੇ ਵਾਂ ਤੋਂ ਜਿਹੜੇ ਇੱਕ ਦਲੇਰ ਸਿੱਖ ਸੀਗੇ ਯੁਵਰਾਜ ਸਿੰਘ, ਉਹਨਾਂ ਨੇ ਵੀ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਤੇ ਸੀਗੇ। ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ। ਇਹ ਕੌਮੀਅਤ ਦੇ ਨਾਲ ਇਹਨਾਂ ਦਾ ਜ਼ਿਕਰ ਹੈ ਤੇ ਕੌਮੀਅਤ ਨੂੰ ਆਪਾਂ ਨੇ ਹੁਣ ਜਦ ਤੱਕ ਤੁਸੀਂ ਸਾਡੀ ਪਾਰਟੀ ਨੂੰ ਫਤਵਾ ਦਿੱਤਾ ਇਲੈਕਸ਼ਨਾਂ 'ਚ, ਅਸੀਂ ਸਿੱਖ ਕੌਮੀਅਤ ਨੂੰ ਵੱਡਾ ਕਰਨਾ, ਤਕੜਾ ਕਰਨਾ, ਤੇਜ਼ ਕਰਨਾ, ਜੋ ਕਰਕੇ ਦੂਜੀਆਂ ਕੌਮਾਂ ਉਹ ਵੀ ਹੁਣ ਬਹੁਤ ਤਕੜੀਆਂ ਹੋ ਰਹੀਆਂ ਤੇ STPC ਦੇ ਇਲੈਕਸ਼ਨਸ ਨਹੀਂ ਹੋ ਰਹੇ। 11 ਸਾਲਾਂ ਤੋਂ ਸਰਕਾਰ ਇਸ ਦੇ ਇਲੈਕਸ਼ਨ ਨਹੀਂ ਕਰਾ ਰਹੀ। ਇਸ ਕਰਕੇ 15 ਸਤੰਬਰ ਨੂੰ UN ਵੱਲੋਂ ਦੱਸਿਆ ਗਿਆ ਕਿ ਇਹ ਜਮਹੂਰੀਅਤ ਦਿਨ ਮੰਨਿਆ ਜਾਊਗਾ ਤੇ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਕੋਲੇ ਆਪਾਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਕਿ ਸਾਡੀ ਸਿੱਖਾਂ ਦੀ ਜਮਹੂਰੀਅਤ ਉਹ ਕਿਉਂ ਮਾਰੀ ਗਈ ਹੈ। ਕੱਲ ਕਾਂਗਰਸ ਪਾਰਟੀ ਨੇ ਵੀ ਜਮਹੂਰੀਅਤ ਦੇ ਮੁੱਦੇ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਮੁਜ਼ਾਹਰੇ ਕੀਤੇ ਹੈ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਸਿੱਖਾਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ ਉਹਦੇ ਇਲੈਕਸ਼ਨ ਜਿਹੜੇ ਕਾਨੂੰਨ ਦੇ ਰਾਹੀਂ ਹੋਣੇ ਚਾਹੀਦੇ ਹੈ ਪਿਛਲੇ 11 ਸਾਲਾਂ ਤੋਂ ਨਹੀਂ ਹੋ ਰਹੇ। ਸੋ ਮੈਂ SGPC ਨੂੰ ਸਾਰੀਆਂ ਮੁਲਕ ਦੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਕੋਲੇ ਆ ਸਕਦੇ ਹੋ ਤੇ ਜਿਹੜਾ ਅਸੀਂ ਇਕੱਠ ਕਰਨਾ ਉਹਦੇ ਵਿੱਚ ਸ਼ਰੀਕ ਹੋ ਸਕਦੇ ਹੋ। ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।